इस फिल्म का किसी भी जीवित या मृतक व्यक्ति नाल कोई संबंध नहीं है। जेकर ऐसा हुंदा है तो इसनूं मात्र एक संजोग समझिया जावे। इस फिल्म का मकसद किसी व्यक्ति या किसी संस्था दीआं धार्मिक भावनावां नूं ठेस पहुँचाना नहीं है। यह फिल्म एक चंगी सेहत ते नेक मकसद लई बनाई गई है। यह फिल्म उन्हां सारे सिख शहीदां नूं समर्पित है जिन्हां ने सिख कौम की चढ़दी कला लई कुर्बानियां दित्तियां। कई पक्षां ਤੋਂ सताई ਅਤੇ ਵੰਡੀ ਹੋਈ ਲੁਕਾਈ ਨੂੰ ਸੱਚੀ ਮੁਹੱਬਤ ਦੇ ਬਣਜਾਰੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਕਲਾਵੇ ਵਿੱਚ ਹੀ ਨਹੀਂ ਲਿਆ, ਬਲਕਿ ਉਹਨਾਂ ਨੂੰ ਸੱਚ ਦਾ ਪੈਗਾਮ ਵੀ ਬਖਸ਼ਿਸ਼ ਕੀਤਾ। ਇਸ ਕੁਰਬਾਨੀ ਨੂੰ ਲੁਕਾਈ ਦੇ ਹਿਰਦੇ ਤੱਕ ਪਹੁੰਚਾਉਣ ਵਾਸਤੇ ਉਹਨਾਂ ਨੇ 4 ਉਦਾਸੀਆਂ ਕੀਤੀਆਂ ਅਤੇ ਇਸ ਦੇ ਦਰਮਿਆਨ ਥਾਂ-ਥਾਂ ਤੇ ਸੰਗਤਾਂ ਅਤੇ ਧਰਮਸ਼ਾਲਾ ਕਾਇਮ ਕੀਤੀਆਂ, ਜਿੱਥੇ ਬੈਠ ਆਪਸੀ ਵਿਤਕਰੇ ਮਿਟਾ ਅਸੀਂ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਦੀ ਲੜੀ ਵਿੱਚ ਪਰੋਏ ਜਾਈਏ। ਪਰ ਜਿਨ੍ਹਾਂ ਨੂੰ ਸੱਚ ਚੰਗਾ ਨਹੀਂ ਸੀ ਲੱਗਦਾ ਉਹ ਸੱਚ ਦੇ ਦੁਸ਼ਮਣ ਬਣ ਕੇ ਇਸ ਦੇ ਨਾਲ ਟਕਰਾਉਣ ਲੱਗ ਪਏ। ਪਰ ਸਿੱਖ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਸੱਚ ਦੇ ਪਹਿਰੇਦਾਰ ਹੋ ਕੇ ਨਿਬੜੇ। ਲੰਮੇਰਾ ਸਮਾਂ ਹੰਢਾਇਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਇਹਨੂੰ ਸਦੀਵੀ ਗੁਰੂ ਦੇ ਤਖਤ ਤੇ ਸੁਸ਼ੋਭਿਤ ਕਰ ਦਿੱਤਾ। ਸਿੱਖ ਕੌਮ ਨੂੰ ਇੱਕ ਅਕਾਲ ਦੀ ਫੌਜ ਬਣਾ ਕੇ ਸਦੀਵੀ ਕਾਲ ਲਈ ਇਸ ਜ਼ੁਲਮ ਦੇ ਬਰਾਬਰ ਡਟਣ ਲਈ ਤਿਆਰ ਕਰ ਦਿੱਤਾ। ਉਹਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦਾ ਇੱਕ ਪਹਿਲਾ ਜਰਨੈਲ ਸੀ, ਜਿਸ ਨੇ ਗੁਰਬਾਣੀ ਵਿੱਚ ਦਿੱਤੇ ਸੱਚ ਨੂੰ ਅਤੇ ਗੁਰੂ ਸਾਹਿਬ ਦੇ ਪੈਗਾਮ ਨੂੰ ਇੰਨੀ ਦਲੇਰੀ ਤੇ ਨਿਡਰਤਾ ਨਾਲ ਪ੍ਰਚਾਰਿਆ ਤੇ ਜ਼ੁਲਮ ਕਮਾਉਣ ਵਾਲੇ ਜ਼ਾਲਮਾਂ ਨੂੰ ਨੱਥਾਂ ਪਾਈਆਂ, ਗਰੀਬਾਂ ਨੂੰ ਉਭਾਰਿਆ, ਸੱਚ ਦਾ ਸੁਨੇਹਾ ਦਿੱਤਾ। ਆਪ ਅਤਿਅੰਤ ਦੁੱਖ ਝੱਲ ਕੇ ਵੀ ਉਹਨਾਂ ਜ਼ਾਲਮਾਂ ਨੂੰ ਸਬਕ ਸਿਖਾਏ ਜਿਹੜੇ ਮਾਨਵਤਾ ਦੀ ਰੱਤ ਪੀ ਕੇ ਸੱਚ ਦੀ ਗੱਲ ਤੋਂ ਕੋਹਾਂ ਦੂਰ ਜਾ ਚੁੱਕੇ ਹੋਏ ਸਨ। ਤੇ ਸਿੱਖਾਂ ਨੂੰ ਘਰ-ਬਾਰ ਛੱਡਣੇ ਪਏ,
ਮੰਜੇ ਬਿਸਤਰੇ ਛੱਡਣੇ ਪਏ, ਪਰਿਵਾਰਕ ਸੁੱਖ ਤਿਆਗਣੇ ਪਏ, ਜੰਗਲੀ ਡੇਰੇ ਲਾ ਲਏ। ਕਈ ਥਾਵਾਂ ਦੇ ਉੱਤੇ ਭੁੱਖੇ ਰਹਿ ਕੇ ਜਦੋਂ ਕਦੇ ਲੰਗਰ ਮਿਲਣਾ ਇਕੱਠੇ ਹੋ ਕੇ ਛਕ ਲੈਣਾ। ਇੱਥੇ ਹੀ ਬਸ ਨਹੀਂ, ਇੱਕ ਇੱਕ ਦਿਨ ਲੰਮੇ ਲੰਮੇ ਦੁੱਖਾਂ ਦਾ ਸੁਨੇਹਾ ਲੈ ਕੇ ਆਉਂਦਾ ਸੀ। ਕਦੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਕਦੇ ਮਾਵਾਂ ਨੂੰ ਆਪਣੇ ਪੁੱਤ ਝੋਲੀਆਂ ਵਿੱਚ ਟੋਟੇ ਕਰਵਾ ਕੇ ਪਵਾਉਣੇ ਪਏ। ਸੱਚ ਦੀਆਂ ਪਾਂਦੀਆਂ ਨੇ ਰੱਬ ਦੇ ਸ਼ੁਕਰ ਦੀਆਂ ਅਰਦਾਸਾਂ ਕੀਤੀਆਂ। ਇਸ ਲੰਮੇ ਦੁਖੜੇ ਨੇ ਸਾਨੂੰ ਇੰਨਾ ਕੁ ਤਿੱਖਾ ਕਰ ਦਿੱਤਾ ਕਿ ਅਸੀਂ 12 ਮਿਸਲਾਂ ਦੇ ਰੂਪ ਵਿੱਚ ਪ੍ਰਗਟ ਹੋਏ। ਪਰ ਵਕਤ ਆਇਆ, ਉਹਨਾਂ 12 ਮਿਸਲਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਇੱਕ ਖਾਲਸਾ ਰਾਜ ਪੈਦਾ ਕਰ ਲਿਆ। ਇਸ ਰਾਜ ਨੂੰ ਵੀ ਅਸੀਂ ਲੰਮਾ ਸਮਾਂ ਨਾ ਹੰਢਾ ਸਕੇ। ਡੋਗਰਿਆਂ ਦੀ ਗਦਾਰੀ ਨੇ ਇਸ ਰਾਜ ਨੂੰ ਵੀ ਵਿਨਾਸ਼ ਕਰ ਦਿੱਤਾ। ਪਰ ਇੱਕ ਦੁਖਦਾਈ ਪੰਨਾ ਹੋਰ ਹੈ, ਉਸ ਵੇਲੇ ਮਹੰਤ ਗੁਰਦੁਆਰਿਆਂ ਵਿੱਚ ਕਾਬਜ ਹੋ ਗਏ ਸਨ। ਮਹਾਰਾਜਾ ਰਣਜੀਤ ਸਿੰਘ ਵੱਲੋਂ ਮਿਲੀਆਂ ਹੋਈਆਂ ਜਗੀਰਾਂ ਨੇ ਉਹਨਾਂ ਨੂੰ ਅੰਨਾ ਕਰ ਦਿੱਤਾ ਸੀ। ਨਿੱਤ ਦਿਹਾੜੇ ਜਿੱਥੇ ਲੋਕ ਪਾਪ ਧੋਣ ਆਉਂਦੇ ਨੇ, ਉਸ ਘਰ ਵਿੱਚ ਪਾਪ ਹੋਣ ਲੱਗ ਪਏ। ਇਹਨਾਂ ਪਾਪੀ ਮਹੰਤਾਂ ਕੋਲੋਂ ਗੁਰਦੁਆਰਿਆਂ ਦਾ ਪ੍ਰਬੰਧ ਅਸੀਂ ਸਾਕੇ ਹੰਢਾ ਕੇ ਲਿਆ ਹੀ ਸੀ। ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਤੇ ਅਸੀਂ ਹਾਲੇ ਸੁੱਖ ਦਾ ਸਾਹ ਲੈਣ ਹੀ ਲੱਗੇ ਸਾਂ ਕਿ 1947 ਵਰਤ ਗਿਆ, ਜਿਸ ਵਿੱਚ ਸਾਡੇ ਜਾਨੀ ਮਾਲੀ ਹੋਰ ਨੁਕਸਾਨ ਹੋਏ। ਪਰ ਸਭ ਤੋਂ ਦੁਖਦਾਈ, ਸਾਡੇ ਗੁਰਧਾਮ ਸਾਡੇ ਤੋਂ ਵਿਛੜ ਗਏ। ਉਸ ਵਿਛੋੜੇ ਦੇ ਦੁੱਖ ਦਰਦ ਨੂੰ ਮਿਟਾਉਣ ਵਾਸਤੇ ਅਸੀਂ ਫਿਰ ਦੁਬਾਰੇ ਗੁਰਧਾਮ ਉਸਾਰੇ, ਜਿੱਥੋਂ ਗੁਰਬਾਣੀ ਦਾ ਸੁਨੇਹਾ ਲੈਣਾ ਸੀ, ਗੁਰੂ ਸਾਹਿਬ ਦੀਆਂ ਕੁਰਬਾਨੀਆਂ ਦਾ ਅਹਿਸਾਸ ਕਰਨਾ ਸੀ, ਉਹਨਾਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਤੋਂ ਸਬਕ ਲੈਣਾ ਸੀ। ਪਰ ਅੱਜ की गल बड़े उदास लग रही हो? लगता है फिर कोई माड़ी खबर पढ़ ली अखबार च। हे वाहिगुरू, की बनूगा साडी कौम दा? बनना की है? कोई प्रधान बनेगा, कोई जथेदार ते कोई लीडर, पर कौम दा सच्चा सुच्चा सेवादार नहीं किसी ने बनना। वैसे देखा जाए ना, सारा खेल पैसे दा है। पैसा नहीं, दसवंध। सिख दसा नौहां दी किरत करके ਉਹ ਦਸਵੰਧ ਗੁਰੂ ਦੀ ਗੋਲਕ ਵਿੱਚ ਪਾਉਂਦਾ ਹੈ ਤੇ ਲੋਕ ਉਸ ਮਾਇਆ ਨੂੰ ਆਪਣੀ ਨਿੱਜੀ ਜਾਇਦਾਦ ਸਮਝਦੇ ਨੇ। वैसे हर पासे इको ही रौला है, भावें देश ते भावें परदेस। ਜੰਗਾਂ ਜੁੱਦਾਂ ਵਿੱਚ ਲੜਨ ਵਾਲੀ ਇਹ ਕੌਮ ਅੱਜ ਪ੍ਰਧਾਨਗੀ ਪਿੱਛੇ ਇੱਕ ਦੂਜੇ ਦੀਆਂ ਪੱਗਾਂ ਲਾਉਂਦੀ ਫਿਰਦੀ ਹੈ। ਮੈਨੂੰ ਤਾਂ ਲੱਗਦਾ ਹੈ ਮੇਰੇ ਗੁਰੂ ਦੇ ਪੰਥ ਨੂੰ ਨਜ਼ਰ ਹੀ ਲੱਗ ਗਈ ਹੈ। चलो छोड़ो, तुसी चाह पियो ते हाँ मैं नाश्ता तैयार करते, तुसी भी आके कर लो। गुरमन ने कॉलेज जाना, उन्हें देर हो रही है। सोई हो पाई रहाओ सब तेरी, तू सबनी ध्याया, जिसनू कृपा करे तिन नाम रतन पाया। गुरमुख लादा
ਮਨਮੁਖ ਗਵਾਇਆ। ਤੁਸੀਂ ਫਿਕਰ ਨਾ ਕਰੋ ਸੈਕਟਰੀ ਸਾਹਿਬ, ਅਖਬਾਰ 'ਚ ਇਸ਼ਤਿਹਾਰ ਦਿੱਤਾ ਹੋਇਆ। ਹਾਂ ਕੋਈ ਗੱਲ ਨਹੀਂ, ਚੰਗਾ ਜੀ ਚੰਗਾ। ਪ੍ਰਧਾਨ ਸਾਹਿਬ, ਉਹ ਦਰਸ਼ਨ, ਇਹ ਅੰਦਰ ਪਾਠ ਕੌਣ ਕਰ ਰਿਹਾ? ਸੁਖਚੈਨ ਜੀ। ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ। ਸੁਖਚੈਨ, ਉਹ ਵਿਹੜੇ ਵਾਲਿਆਂ ਦਾ? ਹਾਂਜੀ ਹਾਂਜੀ, ਅੱਜ ਇਹਨੇ ਪਿਛਲੇ ਸਾਲ ਅੰਮ੍ਰਿਤ ਛਕਿਆ ਸੀ। ਸੁਖਚੈਨ, ਹੁਣ ਇਹ ਲੋਕ ਸਾਡੇ ਸਿਰ ਤੇ ਚੜ ਕੇ ਬੈਠਣਗੇ। ਅਸੀਂ ਇਹਨਾਂ ਨੂੰ ਭਾਂਡਿਆਂ ਨੂੰ ਹੱਥ ਨਹੀਂ ਲਾਉਣ ਦਿੰਦੇ ਤੇ ਇਹ ਤਾਬਿਆਂ ਚੜ ਕੇ ਬੈਠਾ। ਅਖਬਾਰ 'ਚ ਇਸ਼ਤਿਹਾਰ ਤਾਂ ਦਿੱਤਾ ਹੀ ਹੋਇਆ, ਭਾਈਆਂ ਦੀ ਲੈਣ ਲੱਗ ਜਾਣੀ ਹੈ। ਫੇਰ ਵੇਖਦਾ ਕਿੱਦਾਂ ਤਾਬਿਆਂ ਚੜ ਕੇ ਬੈਠਦਾ। ਓਏ ਕਹਿ ਦਿਓ ਉਹਨੂੰ, ਪਾਠ ਪੂਠ ਆਪਣੇ ਘਰ ਜਾ ਕੇ ਕਰਿਆ ਕਰੇ। ਜਾਤ ਦੀ ਕੋੜ ਕਿਰਲੀ ਸ਼ਤੀਰੀਆਂ ਨੂੰ ਜੱਫੇ। ਠੀਕ ਹੈ ਜੀ। ਹੇ ਵਾਹਿਗੁਰੂ। ਪੁੱਤਰ ਇੰਟਰਨਸ਼ਿਪ ਲਈ ਕਿਹੜੀ ਕੰਪਨੀ ਹੈ ਡਿਸਾਈਡ ਹੋ ਗਿਆ? ਪਾਪਾ ਹਜੇ ਕਾਲਜ ਵੱਲੋਂ ਡਿਸਾਈਡ ਨਹੀਂ ਹੋਇਆ। ਪੁੱਤਰ, ਪਰਮਾਤਮਾ ਦਾ ਸ਼ੁਕਰਾਨਾ ਨਹੀਂ ਸੀ ਕਰਨਾ? ਪਾਪਾ ਤੁਹਾਨੂੰ ਪਤਾ ਮੈਂ ਕਾਲਜ ਲਈ ਪਹਿਲੇ ਲੇਟ ਹੋ ਰਿਹਾ। ਵੈਸੇ ਵੀ ਮੰਮੀ ਸਾਰਾ ਖਾਣਾ ਪਾਠ ਕਰਦੇ ਹੋਏ ਤਾਂ ਬਣਾਉਂਦੇ ਨੇ। ਪਰ ਬੇਟਾ ਰਿਜਕ ਮੂੰਹ 'ਚ ਪਾਉਣ ਤੋਂ ਪਹਿਲਾਂ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਜ਼ਰੂਰੀ ਹੈ। ਹਾਂ, ਸੌਰੀ ਮਮ, ਸੌਰੀ ਪਾਪਾ। ਹੇ ਸੱਚੇ ਪਾਤਸ਼ਾਹ, ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣੀ, ਮਿਹਰ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਪਾ ਤੁਸੀਂ ਰਿਟਾਇਰਮੈਂਟ ਬਾਅਦ ਬੋਰ ਨਹੀਂ ਹੁੰਦੇ? ਤੁਹਾਨੂੰ ਕਿਤੇ ਨਾ ਘੁੰਮ ਕੇ ਆਉਣਾ ਚਾਹੀਦਾ ਹੈ। ਮੇਰੀ ਮੰਨੋ ਤਾਂ ਕਿਤੇ ਘੁੰਮ ਕੇ ਆਓ। ਤੁਹਾਨੂੰ ਨਾ ਕਿਤੇ ਆਊਟਿੰਗ ਲਈ ਜਾਣਾ ਚਾਹੀਦਾ ਹੈ। ਹਰ ਪਾਸੇ ਪੈਸੇ ਦਾ ਹੀ ਰੌਲਾ ਹੈ। ਪੈਸਾ ਨਹੀਂ, ਦਸਵੰਧ। ਕੀ ਬਣੂਗਾ ਸਾਡੀ ਕੌਮ ਦਾ? ਤੇ ਲੋਕ ਉਸ ਮਾਇਆ ਨੂੰ ਆਪਣੀ ਨਿੱਜੀ ਜਾਇਦਾਦ ਸਮਝਦੇ ਨੇ। ਕੋਈ ਪ੍ਰਧਾਨ ਬਣੇਗਾ, ਕੋਈ ਜਥੇਦਾਰ ਤੇ ਕੋਈ ਲੀਡਰ। ਪ੍ਰਧਾਨਗੀ ਪਿੱਛੇ ਇੱਕ ਦੂਜੇ ਦੀਆਂ ਪੱਗਾਂ ਲਾਉਂਦੀ ਫਿਰਦੀ ਹੈ। ਪਾਪਾ ਤੁਸੀਂ ਕਿੱਥੇ ਜਾ ਰਹੇ ਹੋ? ਪੁੱਤਰ ਤੂੰ ਹੀ ਤਾਂ ਕਿਹਾ ਸੀ ਆਊਟਿੰਗ ਕਰ ਰਿਹਾ। ਬਸ ਮੈਂ ਕਿਹਾ ਆਊਟਿੰਗ ਕਰ ਰਿਹਾ ਉਹਨੇ। ਹਾਂ, ਆਊਟਿੰਗ ਤੇ? ਇਹ ਅਚਾਨਕ ਤੁਹਾਡਾ ਪ੍ਰੋਗਰਾਮ ਕਿਵੇਂ ਬਣ ਗਿਆ? ਤੁਸੀਂ ਤਾਂ ਕੋਈ ਗੱਲ ਵੀ ਨਹੀਂ ਕੀਤੀ। ਕੁਲਜੀਤ ਕੁਰੇ, ਮੈਂ ਕਿਹਾ ਦੁਨੀਆਦਾਰੀ ਵੇਖ ਆਵਾਂ। ਅਜੇ ਦੁਨੀਆਦਾਰੀ ਵੇਖਣੀ ਬਾਕੀ ਹੈ। ਇੰਨੇ ਸਾਲ ਆਰਮੀ 'ਚ ਰਹਿ ਕੇ ਤੁਸੀਂ ਦੁਨੀਆਦਾਰੀ ਨਹੀਂ ਵੇਖੀ ਤਾਂ ਹੋਰ ਕੀ ਵੇਖਿਆ? ਅਸਲੀ ਦੁਨੀਆ ਵੇਖਣ ਚੱਲਿਆ। ਚੰਗਾ ਮੈਂ ਚੱਲਦਾ, ਫੋਨ ਕਰਾਂਗਾ। ਕਮਾਲ ਹੈ, ਕਹਿੰਦੇ ਫੋਨ ਕਰਾਂਗਾ, ਫੋਨ ਤਾਂ ਇੱਥੇ ਹੀ ਛੱਡ ਗਏ।
ਦੇਖੋ ਜੀ, ਅਸੀਂ ਤੁਹਾਨੂੰ 3500 ਰੁਪਏ ਤਨਖਾਹ ਦੇ ਸਕਦੇ ਹਾਂ। ਇਹ ਸਾਡੀ ਕਮੇਟੀ ਦੀ ਤੈਅ ਕੀਤੀ ਹੋਈ ਤਨਖਾਹ ਹੈ। ਪ੍ਰਧਾਨ ਜੀ 3500 ਰੁਪਏ ਚ ਅੱਜ ਕੱਲ੍ਹ ਕੀ ਬਣਦਾ? ਤੁਸੀਂ ਆਪ ਸੋਚੋ। ਨਿਰੀ ਬੱਚਤ ਹੈ, ਰਹਿਣਾ ਖਾਣਾ ਪੀਣਾ ਸਭ ਫ੍ਰੀ। ਹੋਰ ਤੁਹਾਨੂੰ ਕੀ ਚਾਹੀਦਾ? ਬੱਚਿਆਂ ਦੇ ਖਰਚੇ, ਪੜ੍ਹਾਈ ਲਿਖਾਈ ਦੇ ਖਰਚੇ, ਬਿਮਾਰੀਆਂ ਠਮਾਰੀਆਂ 100 ਗੱਲਾਂ ਹੁੰਦੀਆਂ। ਬਹੁਤ ਵੱਡਾ ਗੁਰਦੁਆਰਾ ਹੈ ਆਪਣਾ, ਬਹੁਤ ਪ੍ਰੋਗਰਾਮ ਪੈਂਦੇ ਨੇ ਇੱਥੇ। ਜੰਮਣਾ ਮਰਨਾ ਪਰਨਾ, ਉਹਨਾਂ ਚੋਂ ਅੱਧ ਤੁਹਾਡਾ। ਅੱਧ ਕਿਉਂ? ਓ ਭਾਈ ਸਾਹਿਬ, ਇਹ ਸਾਡੀ ਕਮੇਟੀ ਦੀ ਰੀਤ ਹੈ। ਪ੍ਰਧਾਨ ਜੀ 3500 ਰੁਪਏ ਤਨਖਾਹ, ਪ੍ਰੋਗਰਾਮਾਂ ਚ ਅੱਧ, ਫਿਰ ਪਿੱਛੇ ਕੀ ਬਚਿਆ? ਓ ਭਾਈ ਸਾਹਿਬ, ਤੁਸੀਂ ਕਰਨਾ ਵੀ ਕੀ ਹੁੰਦਾ ਹੈ? ਸਵੇਰੇ ਸ਼ਾਮ ਪਾਠ, ਬਸ। ਪ੍ਰਧਾਨ ਜੀ ਪਾਠ ਕਰਨਾ ਸੌਖਾ ਨਹੀਂ ਤੁਸੀਂ ਨਾ ਕਰ ਲੈਂਦੇ? ਮਿੰਤਾਂ ਕਰ ਕਰਕੇ 3500 ਰੁਪਏ ਚ ਭਈਆ ਨਹੀਂ ਮਿਲਦਾ ਪੱਠੇ ਪਾਉਣ ਨੂੰ, ਤੇ ਇਹਨਾਂ ਲੋਕਾਂ ਨੂੰ ਗ੍ਰੰਥੀ ਚਾਹੀਦਾ। ਫਿਰ ਕਹਿੰਦੇ ਸਾਡੀ ਕੌਮ ਦਾ ਪ੍ਰਚਾਰ ਨਹੀਂ ਹੁੰਦਾ। ਕੀ ਹੋਇਆ ਬਾਬਾ ਜੀ? ਹੋਣਾ ਕੀ ਹੈ ਭਾਈ ਸਾਹਿਬ, ਇਹਨਾਂ ਲੋਕਾਂ ਨੂੰ ਪ੍ਰਚਾਰਕ ਦੀ ਨਹੀਂ ਚੌਂਕੀਦਾਰ ਦੀ ਲੋੜ ਹੈ, ਜਿਹੜਾ 4 ਵਜੇ ਉੱਠ ਕੇ ਗੁਰੂ ਘਰ ਦਾ ਦਰਵਾਜ਼ਾ ਖੋਲ ਦੇ ਤੇ 10 ਵਜੇ ਬੰਦ ਕਰ ਦੇ। ਪ੍ਰਚਾਰਕ ਦੀ ਯੋਗਤਾ ਨਾਲ ਕੋਈ ਲੈਣਾ ਦੇਣਾ ਨਹੀਂ। ਵੈਸੇ ਵੀ ਜਿਸ ਕੌਮ ਦੇ ਜਥੇਦਾਰ 3 ਜਮਾਤਾਂ ਪੜ੍ਹੇ ਹੋਣ, ਉਸ ਕੌਮ ਦੇ ਪ੍ਰਬੰਧਕਾਂ ਤੋਂ ਵੀ ਕੀ ਉਮੀਦ ਕੀਤੀ ਜਾ ਸਕਦੀ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵੇਖ ਲੈ, ਗ੍ਰੰਥੀਆਂ ਦੇ ਦਿਮਾਗ ਵੀ ਖਰਾਬ ਹੋਏ ਪਏ ਨੇ। ਲੈ, ਆਪਾਂ ਨੂੰ ਕੀ? ਆਪਾਂ ਨੂੰ ਤਾਂ ਆਪਣੀ ਤਨਖਾਹ ਮਿਲੀ ਜਾਂਦੀ ਹੈ। ਸਤਿ ਸ੍ਰੀ ਅਕਾਲ ਪ੍ਰਧਾਨ ਜੀ। ਸਤਿ ਸ੍ਰੀ ਅਕਾਲ ਜੀ। ਆਓ ਜੀ, ਬੈਠੋ। ਦੱਸੋ ਕੀ ਸੇਵਾ ਕਰ ਸਕਦੇ ਹਾਂ ਤੁਹਾਡੀ? ਪ੍ਰਧਾਨ ਜੀ, ਮੈਂ ਬਹੁਤ ਗਰੀਬ ਆਦਮੀ ਹਾਂ, ਕੁੜੀ ਦਾ ਵਿਆਹ ਕਰਨਾ ਸੀ, ਕੁਝ ਮਦਦ ਹੋ ਜਾਂਦੀ। ਕਿੱਥੋਂ ਆਏ ਹੋ ਬਜ਼ੁਰਗੋ? ਮੈਂ ਬੱਸੀ ਪਿੰਡ ਤੋਂ ਆਇਆ ਜੀ। ਬੱਸੀ ਤੋਂ? ਜੀ। ਪਰ ਪਿਛਲੇ ਸਾਲ ਤਾਂ ਹਾਲੇ ਸ਼ੀਸ਼ਿਆਂ ਵਾਲੇ ਬਾਬਾ ਜੀ ਨੇ ਉੱਥੇ ਗਰੀਬ ਕੁੜੀਆਂ ਦੇ ਵਿਆਹ ਕੀਤੇ ਸੀ। ਕਿਹੜੇ ਬਾਬੇ ਤੇ ਕਿਹੜੀਆਂ ਗਰੀਬ ਕੁੜੀਆਂ ਦੇ ਵਿਆਹ? ਇਹ ਪਹਿਲਾ ਸਟੇਜਾਂ ਤੇ ਖੜੇ ਹੋ ਕੇ ਕਹਿੰਦੇ ਨੇ ਅਸੀਂ ਗਰੀਬ ਕੁੜੀਆਂ ਦੇ ਵਿਆਹ ਕਰਨੇ ਨੇ, ਪਰ ਗੁਰੂ ਸਾਹਿਬ ਤੇ ਕਹਿੰਦੇ ਨੇ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਫਿਰ ਕੀ ਹੋ, ਕੁੜੀਆਂ ਇਹਨਾਂ ਦੀਆਂ ਭੈਣਾਂ ਨਹੀਂ ਲੱਗਦੀਆਂ? ਉਹਨਾਂ ਨੂੰ ਭੈਣ ਕਹਿੰਦੇ, ਇਹਨਾਂ ਨੂੰ ਸ਼ਰਮ ਆਉਂਦੀ ਹੈ। ਪਰ ਬਜ਼ੁਰਗੋ, ਜੇ ਇਹ ਸਟੇਜਾਂ ਤੇ ਖੜ ਕੇ ਬੋਲਣਗੇ ਨਹੀਂ ਤਾਂ ਫਿਰ ਲੋਕੀ ਪੈਸੇ ਕਿਵੇਂ ਦੇਣਗੇ? ਜੇ ਭੈਣ ਹੀ ਕਹਿਤਾ ਫਿਰ ਕਿਹੜੇ ਮੂੰਹੋਂ ਮੰਗਣਗੇ? ਇਹ ਪਹਿਲਾ ਸਟੇਜਾਂ ਤੇ ਖਲੋ ਕੇ ਰੌਲਾ ਪਾ ਕੇ ਉਹਨਾਂ ਦੀ ਗਰੀਬੀ ਦਾ ਮਜ਼ਾਕ ਉਡਾਉਂਦੇ ਨੇ, ਫਿਰ ਅਖਬਾਰਾਂ 'ਚ ਉਹਨਾਂ ਨਾਲ ਫੋਟੋਆਂ ਖਿਚਾ ਕੇ ਉਹਨਾਂ ਦੀ ਬੇਇੱਜ਼ਤੀ ਕਰਦੇ ਨੇ, ਤੇ ਫਿਰ ਉਹਨਾਂ ਗਰੀਬ ਕੁੜੀਆਂ ਦੇ ਵਿਆਹਾਂ ਦੀਆਂ ਫਿਲਮਾਂ ਬਣਾ ਕੇ ਬਾਹਰਲੇ ਮੁਲਕਾਂ 'ਚ ਵਿਖਾਉਂਦੇ ਨੇ ਤੇ ਕਹਿੰਦੇ ਨੇ ਅਸੀਂ ਅਨਾਥ ਕੁੜੀਆਂ ਦੇ ਵਿਆਹ ਕਰ ਰਹੇ ਹਾਂ। ਅਨਾਥ? ਓਏ ਜਿਉਂਦੇ ਜਾਗਦੇ ਮਾਂ ਪਿਓ ਨੂੰ ਮਾਰ ਕੇ ਕੁੜੀਆਂ ਨੂੰ ਅਨਾਥ ਕਰ ਦਿੰਦੇ ਨੇ, ਤੇ ਫਿਰ ਡਾਲਰ ਕਮਾ ਕੇ ਬੋਝੇ ਭਰ ਲੈਂਦੇ ਨੇ, ਤੇ ਅਸੀਂ ਫਿਰ ਖਾਲੀ ਦੇ ਖਾਲੀ। ਕੋਈ ਨਾ, ਤੁਸੀਂ ਐਂ ਕਰੋ, ਇੱਕ ਦਰਖਾਸਤ ਲਿਖ ਕੇ ਦੇ ਜਾਓ, ਕਮੇਟੀ ਬਹਿ ਕੇ ਉੱਤੇ ਵਿਚਾਰ ਕਰ ਲੇਗੀ। ਜਿੰਨੀ ਕੀ ਇਮਦਾਦ ਹੋ ਸਕਦੀ ਹੈ ਜ਼ਰੂਰ ਕਰਾਂਗੇ। ਸਾਡੀਆਂ ਅਨਪੜ੍ਹ ਲੋਕਾਂ ਦੀਆਂ ਕਾਹਦੀਆਂ ਦਰਖਾਸਤਾਂ? ਸਾਡੀ ਦਰਖਾਸਤ ਤੇ ਤੁਸੀਂ ਹੋ ਪ੍ਰਧਾਨ ਜੀ, ਕੋਈ ਹੀਲਾ ਕਰਨਾ। ਜ਼ਰੂਰ।
ਚੰਗਾ ਜੀ। ਨਾਲੇ ਪ੍ਰਧਾਨ ਜੀ, ਗੁਰੂ ਸਾਹਿਬ ਨੇ ਤੇ ਕਿਹਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦਾ। ਹਾਂ, ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ। ਜੇ ਸਾਰਾ ਕੁਝ ਅਸੀਂ ਤੁਹਾਨੂੰ ਹੀ ਦੇ ਦਿੱਤਾ, ਫਿਰ ਸਾਨੂੰ ਕਿਹਨੇ ਪੁੱਛਣਾ? ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਸਾਹਿਬ ਜੀ, ਇੱਥੇ ਦਫ਼ਤਰ ਕਿੱਥੇ ਆ? ਦਫ਼ਤਰ ਉਹ ਸਾਹਮਣੇ ਆ ਜੀ। ਜੀ। ਜੀ ਪ੍ਰਧਾਨ ਸਾਹਿਬ। ਆਓ ਭਾਈ ਜੀ, ਆਓ ਆਓ ਜੀ, ਬੈਠੋ। ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ ਫਤਿਹ। ਆਹ ਦੇਖ ਲਓ ਇਹਨਾਂ ਨੂੰ, ਇਹ ਤਾਂ ਬਾਹਰ ਦੇ ਬੰਦਿਆਂ ਦੀਆਂ ਗੱਲਾਂ ਕਰਦੇ ਨੇ। ਉਹ ਤਾਂ ਲੰਗਰ ਵੀ ਛਕਦੇ ਨੇ ਕੁਰਸੀਆਂ ਮੇਜ਼ਾਂ ਤੇ ਬਹਿ ਕੇ, ਤੇ ਪਾਠ ਸੁਣਦੇ ਨੇ ਮਹਾਰਾਜ ਦੀ ਹਜ਼ੂਰੀ ਵਿੱਚ ਕੁਰਸੀਆਂ ਢਾਹ ਕੇ ਬਰਾਬਰ ਬਹਿ ਕੇ। ਪ੍ਰਧਾਨ ਜੀ, ਇਹ ਤਾਂ ਬਜ਼ੁਰਗਾਂ ਤੇ ਬਿਮਾਰਾਂ ਦੀਆਂ ਮਜਬੂਰੀਆਂ ਨੇ। ਓਏ ਇਹਨਾਂ ਮਜਬੂਰੀਆਂ ਨੇ ਤਾਂ ਕੌਮ ਨੂੰ ਦੁਫਾੜ ਕੀਤਾ ਪਿਆ। ਕੋਈ ਕਹਿੰਦਾ ਮੈਂ ਉੱਪਰ ਨਹੀਂ ਬਹਿਣਾ, ਕੋਈ ਕਹਿੰਦਾ ਮੈਂ ਥੱਲੇ ਨਹੀਂ ਬਹਿਣਾ। ਇਸ ਵਿੱਚ ਲੜਨ ਵਾਲੀ ਤਾਂ ਕੋਈ ਗੱਲ ਨਹੀਂ। ਬੈਠ ਕੇ ਮਸਲਾ ਹੱਲ ਕੀਤਾ ਜਾ ਸਕਦਾ ਹੈ। ਫਿਰ ਤੁਸੀਂ ਦੱਸ ਦਿਓ ਕੋਈ ਹੱਲ। ਮਹਾਰਾਜ ਦੇ ਬਰਾਬਰ ਨਹੀਂ ਨਾ ਬਹਿਣਾ, ਪਰ ਮਹਾਰਾਜ ਕੋਲ ਬਹਿਣਾ ਤਾਂ ਜ਼ਰੂਰੀ ਹੈ। ਜਿਹੜੇ ਲੋਕ ਜ਼ਮੀਨ ਤੇ ਨਹੀਂ ਬੈਠ ਸਕਦੇ, ਉਹਨਾਂ ਨੂੰ ਹਾਲ ਦੀ ਪਿਛਲੀ ਕੰਧ ਦੇ ਨਾਲ ਜਗ੍ਹਾ ਨੀਵੀਂ ਕਰ ਦਿੱਤੀ ਜਾਵੇ, ਤਾਂ ਜੋ ਲੱਤਾਂ ਲਮਕਾ ਕੇ ਬਹਿ ਜਾਣ। ਦੋਵੇਂ ਧਿਰਾਂ ਖੁਸ਼। ਨਾਲੇ ਨੀਵੇਂ ਹੋਇਆ ਹੀ ਇਸ ਦਰ ਤੋਂ ਕੁਝ ਮਿਲਦਾ ਹੈ ਨਾ ਪ੍ਰਧਾਨ ਜੀ। ਸੁਖਚੈਨ ਸਿਆ, ਹਾਂਜੀ। ਅੱਜ ਪਾਠ ਨਾ ਕਰੀ। ਕਿਉਂ ਜੀ? ਪ੍ਰਧਾਨ ਸਾਹਿਬ ਨੇ ਮਨਾ ਕੀਤਾ। ਨਾਲੇ ਗੁਰਦੁਆਰੇ ਅੱਜ ਤੋਂ ਨਵਾਂ ਭਾਈ ਰੱਖ ਲਿਆ, ਹੁਣ ਲੋੜ ਨਹੀਂ। ਚੰਗਾ ਜੀ, ਫਿਰ ਸੰਭਾਲੋ ਜਾ ਕੇ ਸੇਵਾ। ਸੇਵਾਦਾਰ ਕੋਲੋਂ 9 ਨੰਬਰ ਕਮਰੇ ਦੀ ਚਾਬੀ ਲੈ ਲਓ। ਜੀ ਸਰ। ਵਾਹਿਗੁਰੂ। ਹੈ ਸੱਚੇ ਪਾਤਸ਼ਾਹ, ਸੁਖ ਰੱਖੀ। ਮਾਲਕਾ ਮਿਹਰ ਕਰੀ। ਸੋ ਦਾ ਰਾਗ ਆਸਾ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ। ਚਿਤ ਬੈ ਸਰਬ ਸਮਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾਂ। ਕੀਤੇ ਤੇਰੇ ਵਾਵਣ ਹਾਰੇ, ਕੀਤੇ ਤੇਰੇ ਰਾਗ। ਪ੍ਰਧਾਨ ਜੀ ਕਰਿਓ ਬਈ। ਆਜੋ ਆਜੋ ਸਰਪੰਚ ਸਾਹਿਬ, ਆਜੋ ਲੰਘ ਆਓ। ਹਾਰੇ ਗਾਵਨ ਤੁਧ ਬੈਠੋ, ਕੀ ਹਾਲ ਹੈ? ਬਈ ਮੇਰਾ ਹਾਲ ਤਾਂ ਬਿਲਕੁਲ ਠੀਕ ਹੈ। ਸਤਿ ਸ਼੍ਰੀ ਅਕਾਲ। ਜਿਉਂਦੀ ਰਹਤੀ ਹੈ। ਤੁਸੀਂ ਹਟੇ ਨਹੀਂ ਫਿਰ। ਭਾਈ ਜੀ ਨੇ ਮੈਂ ਰੱਖ ਲਿਆ। ਰੱਖਣਾ ਹੀ ਸੀ, ਉਹਦੇ ਨਖਰੇ ਨਹੀਂ ਸੀ ਮਾਣ। ਕਹਿੰਦਾ ਮੇਰਾ ਗੁਜ਼ਾਰਾ ਨਹੀਂ ਹੁੰਦਾ, ਆਖੇ ਬੱਚੇ ਪੜ੍ਹਦੇ ਨੇ। ਮੈਂ ਕਿਹਾ ਕੋਈ ਪੁੱਛੇ ਇਹਨੂੰ। ਬਈ ਅਸੀਂ ਕਿਹਾ ਸੀ ਅੱਡੀਆਂ ਚੁੱਕ ਚੁੱਕ ਕੇ ਫਾਹਾ ਲਾਉਣ ਨੂੰ। ਅੰਗਰੇਜ਼ੀ ਸਕੂਲ 'ਚ ਪਾਈ ਫਿਰਦਾ ਜਵਾਕਾਂ ਨੂੰ। ਨਾ ਤੇਰੇ ਜਵਾਕਾਂ ਦਾ ਅਸੀਂ ਠੇਕਾ ਲਿਆ। ਮੈਂ ਤਾਂ ਹੱਥ ਜੋੜਤੇ, ਮੈਂ ਕਿਹਾ ਭਾਈ ਜੀ ਤੁਸੀਂ ਚੱਲੋ। ਸੁਖਦੇਵ ਸਿਆ, ਬਈ ਗੱਲ ਤਾਂ ਉਹ ਠੀਕ ਹੀ ਕਹਿੰਦਾ ਸੀ। ਦੇਖ, ਹਰ ਬੰਦਾ ਆਪਣੇ ਜਵਾਕਾਂ ਦੇ ਭਵਿੱਖ ਬਾਰੇ ਸੋਚਦਾ। ਜੇ ਉਹਨੇ ਸੋਚ ਲਿਆ, ਕੀ ਮਾੜਾ ਕਹਿਤਾ ਯਾਰ। ਨਾ ਹੁਣ ਤੁਸੀਂ ਕੀ ਕਹਿੰਦੇ ਹੋ? ਕਮੇਟੀ ਉਹਨੂੰ ਪੈਸੇ ਪੱਲਿਓਂ ਦੇਵੇ। ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਪੈਸੇ ਪੱਲਿਓਂ ਦੋ। ਦੇਖੋ, ਸੰਗਤ ਦਾ ਪੈਸਾ ਹੈ, ਜੇ ਕਿਸੇ ਚਾਹੀਦੀ ਜਗ੍ਹਾ ਤੇ ਲੱਗ ਜੇ ਚੰਗੀ ਉਹ ਗੱਲ ਹੈ। ਨਾਲੇ ਭਾਈ ਜੀ ਦਾ ਮੁੰਡਾ ਕਿੰਨਾ ਬੀਬਾ ਹੈ, ਅੰਮ੍ਰਿਤਧਾਰੀ ਹੈ। ਪਿੰਡ ਦੇ ਕਿੰਨੇ ਜਵਾਕਾਂ ਨੂੰ ਉਹਨੇ ਦਸਤਾਰ ਬੰਨ੍ਹਣ ਲਾਤਾ। ਹੋਰ ਕਿੰਨੇ ਚੰਗੇ ਕੰਮ ਕਰਦਾ ਉਹ। ਐ ਕਿਵੇਂ ਅਸੀਂ ਰੋੜ ਦੀਏ ਪੈਸੇ ਦੱਸੋ? ਸ਼ਬੀਲਾ ਤੇ ਬਿਸ਼ੱਕ ਰੋੜ ਦਿਓ।
ਇੱਕ ਦਿਨ ਦੀ ਛਬੀਲ ਤੇ ਲੱਖਾਂ ਰੁਪਇਆ ਲਾ ਦਿੰਦੇ ਹੋ। ਇਹ ਨਹੀਂ ਬਈ ਉਹਨਾਂ ਪੈਸਿਆਂ ਦੇ 4 ਵਾਟਰ ਕੂਲਰ ਖਰੀਦ ਕੇ ਕਿਸੇ ਲੋੜਵੰਦ ਥਾਂ ਤੇ ਲਾ ਦੋ, ਕਿਸੇ ਸਕੂਲ 'ਚ, ਕਾਲਜ 'ਚ, ਹਸਪਤਾਲ 'ਚ। ਨਾਲੇ ਤਾਂ ਸਾਰਾ ਸਾਲ ਲੋਕ ਪਾਣੀ ਪੀਣ, ਨਾਲੇ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਨ। ਨਾ ਹੁਣ ਤੁਹਾਡੇ ਕਹਿਣ ਦਾ ਕੀ ਮਤਲਬ ਹੈ? ਅਸੀਂ ਹੁਣ ਗੁਰਪੁਰਬ ਮਨਾਣੇ ਵੀ ਬੰਦ ਕਰ ਦਈਏ? ਗੱਲਾਂ ਕਰਦੇ ਆ, ਲੱਖ ਲੱਖ ਰੁਪਈਆ ਲੋਕੀ ਲਾ ਦਿੰਦੇ ਗੁਰਦੁਆਰਿਆਂ ਤੇ। ਨਾ 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 ਪ੍ਰਧਾਨ ਜੀ, ਗੁਰਦੁਆਰਿਆਂ ਤੇ ਨਹੀਂ, ਪੱਥਰਾਂ ਤੇ। ਅਸੀਂ ਕਾਰ ਸੇਵਾ ਦੇ ਨਾਂ ਤੇ ਆਪਣੀ ਕੌਮ ਦਾ ਸਾਰਾ ਇਤਿਹਾਸ ਪੱਥਰਾਂ ਥੱਲੇ ਦੱਬਤਾ। ਜੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਬਈ ਭਲਿਓ ਲੋਕੋ, ਜੇ ਪੱਥਰ ਲਾਉਣੇ ਹੀ ਐ ਥੋੜੇ ਜਿਹਾ ਪਰੇ ਕਰਕੇ ਲਾ ਲਓ। ਆ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਤਾਂ ਨਾ ਢਾਓ, ਇਹਨਾਂ ਨੂੰ ਤਾਂ ਪੱਥਰਾਂ ਥੱਲੇ ਨਾ ਦੱਬੋ। ਨਾ ਤੁਹਾਡੇ ਕਹਿਣ ਦਾ ਮਤਲਬ ਅਸੀਂ ਹੁਣ ਪੁੰਨ ਦਾ ਕੰਮ ਵੀ ਨਾ ਕਰੀਏ? ਸੁਖਦੇਵ ਸਿਆਂ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਤਿਹਾਸ ਨਾਲੋਂ ਤੋੜ ਦੇਣਾ, ਆਪਣਾ ਇਤਿਹਾਸ ਪੱਥਰਾਂ ਥੱਲੇ ਦੱਬ ਦੇਣਾ, ਇਹ ਕਿੱਥੋਂ ਪੁੰਨ ਦਾ ਕੰਮ ਹੋ ਗਿਆ ਯਾਰ? ਆ ਦੂਜੇ ਪਾਸੇ ਗੋਰਿਆਂ ਨੂੰ ਦੇਖ ਲੈ, ਓਏ ਸੈਂਕੜੇ ਸਾਲ ਪੁਰਾਣੀਆਂ ਇਮਾਰਤਾਂ ਉਹਨਾਂ ਨੇ ਸ਼ੀਸ਼ਾ 'ਚ ਸਾਂਭ ਕੇ ਰੱਖ ਲੀਆਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਉਣ ਵਾਸਤੇ। ਓਏ ਆਪਾਂ ਕੀ ਦਿਖਾਵਾਂਗੇ? ਆ ਹੋਰ ਤਾਂ ਹੋਰ, ਆ ਹੁਣ ਆਪਣੀ ਅੱਖਾਂ ਸਾਹਮਣੇ 84 ਬੀਤਿਆ, ਸਾਤੋਂ ਉਹ ਨਹੀਂ ਸਾਂਭਿਆ ਗਿਆ, ਉਹ ਵੀ ਅਸੀਂ ਪੱਥਰਾਂ ਦੀ ਚੱਕਾ ਚੌਂ ਥੱਲੇ ਦੱਬਤਾ। ਉਹ ਜਿੱਦਾਂ ਤੁਸੀਂ ਸੋਚੀ ਜਾਂਦੇ ਹੋ ਨਾ, ਐਦਾਂ ਕੋਈ ਨਹੀਂ ਸੋਚਦਾ। ਇਹ ਗੱਲ ਤੇਰੀ ਵਾਕਈ ਠੀਕ ਹੈ। ਐਦਾਂ ਕੌਣ ਸੋਚਦਾ? ਜੇ ਕੋਈ ਸੋਚਣ ਦੀ ਕੋਸ਼ਿਸ਼ ਕਰਦਾ ਹੈ, ਉਹਦੀ ਸੁਣਦਾ ਕੋਈ ਨਹੀਂ। ਸੁਖਦੇਵ ਸਿੰਘ ਆ ਜਵਾਨ ਆਪਣਾ ਕਾਕਾ ਹੈ, ਕਾਲਜ ਜਾਂਦਾ ਪੜਨ ਵਾਸਤੇ। ਕਾਲਜੋਂ ਆਇਆ ਹੁਣ ਇਸ ਵੇਲੇ। ਜਵਾਨ ਜਹਾਨ ਮੁੰਡਾ ਹੈ, ਐਸ਼ ਨਹੀਂ ਕਰੂਗਾ ਤੇ ਹੋਰ ਕੀ ਕਰੂਗਾ? ਫਿਰ ਵੱਡਾ ਹੋ ਕੇ ਇਹਨੇ ਸਾਡੀ ਉਹ ਤਾਂ ਥਾਂ ਸਾਂਭਣੀ ਹੈ, ਪ੍ਰਧਾਨ ਬਣ ਕੇ। ਵਾਹ ਓਏ ਸੁਖਦੇਵ ਸਿੰਘ, ਸਦਕੇ ਜਾਵਾਂ ਤੇਰੀ ਪ੍ਰਧਾਨਗੀ ਦੇ। ਨਹੀਂ ਰੀਸਾਂ ਤੇਰੀਆਂ, ਕਈ ਪੀੜ੍ਹੀਆਂ ਦੀ ਸੋਚੀ ਬੈਠਾ। ਨਾ ਸੋਚਾਂ ਫਿਰ? ਆ ਵਾਹਿਗੁਰੂ। ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਧਿਆਏ। ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵੇ। ਸਤਿਗੁਰੂ ਫੁਰਮਾਇਆ, ਕਾਰੀ ਇਹ ਕਰੇ ਹੋ। ਸਤਿਗੁਰੂ ਫੁਰਮਾਇਆ, ਕਾਰੀ ਇਹ ਕਰੇ ਹੋ। ਸਤਿਗੁਰੂ ਫੁਰਮਾਇਆ, ਕਾਰੀ ਇਹ ਕਰੇ ਹੋ। ਗੁਰੂ ਦੁਆਰੇ ਹੋਏ ਕੈ, ਗੁਰੂ ਦੁਆਰੇ ਹੋਏ ਕੈ, ਸਾਹਿਬ ਸੰਭਾਲੇ ਹੋ, ਸਾਹਿਬ ਸੰਭਾਲੇ ਹੋ। ਸਤਿਗੁਰੂ ਫੁਰਮਾਇਆ, ਕਾਰੀ ਇਹ ਕਰੇ ਹੋ। ਸਤਿਗੁਰੂ ਫੁਰਮਾਇਆ, ਕਾਰੀ ਇਹ ਕਰੇ ਹੋ। ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ। साहिब सदा हजूर है, परमे के छोड़ कट के अंतर जोत धरे हो।
ਅੰਤਰ ਜੋ